ਬ੍ਰਿਗੇਡੀਅਰ ਸਾਹਿਬ ਮੈਨੂੰ ਇਹ ਦੱਸੋ ਕਿ ਕਿੰਨੀ ਦੇਰ ਤੋਂ ਤੁਸੀਂ ਖੇਤੀ ਦੇ ਵਿੱਚ ਹੋ ਆਪਣੇ ਪੋਸਟ ਰਿਟਾਇਰਮੈਂਟ? मैं 93 ਚ ਰਿਟਾਇਰਮੈਂਟ ਤੇ ਆ ਗਿਆ ਔਰ ਉਸ ਤੋਂ ਬਾਅਦ ਖੇਤੀ ਵਾਲੇ ਪਾਸੇ ਆ ਗਿਆ ਕਿਉਂਕਿ ਇਹ ਸਾਡਾ ਜਿਹੜਾ ਫਾਰਮ ਹੈ ਜੱਦੀ ਫਾਰਮ ਹੈ। ਪਹਿਲੇ ਮੇਰੇ ਫਾਦਰ ਸਾਹਿਬ ਵੀ ਫੌਜ ਸੀਗੇ, ਉਹ ਵੀ ਰਿਟਾਇਰਮੈਂਟ ਤੋਂ ਬਾਅਦ ਖੇਤੀ ਕਰਨ ਲੱਗ ਗਏ ਔਰ ਮੈਂ ਵੀ ਉਹਨਾਂ ਨੂੰ ਫੋਲੋ ਕੀਤਾ। ਔਰ ਸਰਵਿਸ ਦੇ ਟਾਈਮ 'ਤੇ ਵੀ ਜਦੋਂ ਛੁੱਟੀ 'ਤੇ ਆਉਂਦੇ ਸੀਗੇ ਤਾਂ ਇੱਥੇ ਫਾਦਰ ਸਾਹਿਬ ਦੇ ਨਾਲ ਕੰਮ ਕਰਦੇ ਸੀਗੇ ਤਾਂ ਉਹ ਥੋੜ੍ਹਾ ਇੰਟਰਸਟ ਸੀਗਾ। ਤੁਸੀਂ ਕਿਉਂ ਸੋਚਿਆ ਆਪਣੇ ਕ੍ਰੋਪ ਨੂੰ ਡਾਇਵਰਸੀਫਾਈ ਕਰਨਾ ਚਾਹੀਦਾ ਜਾਂ? ਦੇਖੋ, ਮੈਨੂੰ ਕੋਈ ਜ਼ਿਆਦਾ ਗਿਆਨ ਤਾਂ ਨਹੀਂ ਸੀਗਾ, ਬਟ ਮੈਂ ਆਪਣਾ ਜੋ ਐਗਰੀਕਲਚਰ ਡਿਪਾਰਟਮੈਂਟ ਹੈ ਨਾ, ਇਹਦਾ ਨਾਲ ਰਾਬਤਾ ਕਾਇਮ ਕਰਕੇ ਤੇ ਇਹਨਾਂ ਦੀ ਸਲਾਹ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਔਰ ਡਿਸਾਈਡ ਕੀਤਾ। ਤਾਂ ਉਹਨਾਂ ਨੇ ਮੈਨੂੰ ਕਾਫੀ ਗਾਈਡ ਕੀਤਾ। ਪਹਿਲਾਂ ਉਹਨਾਂ ਨੇ ਕਿਹਾ ਕਿ ਤੁਸੀਂ ਐਗਰੋ ਫੋਰੈਸਟਰੀ 'ਚ ਆ ਜਾਓ, ਤਾਂ ਅਸੀਂ ਪੋਪੂਲਰ ਲਗਾਤੇ। ਅੱਛਾ, ਉਸ ਤੋਂ ਬਾਅਦ ਕਿਉਂਕਿ ਪੋਪੂਲਰ 4-5 ਸਾਲ ਦੀ ਫਸਲ ਹੈ ਤਾਂ ਵਿੱਚ ਕੀ ਕਰੀਏ, ਤਾਂ ਫਿਰ ਉਹਨਾਂ ਨੇ ਕਿਹਾ ਜੀ ਹਲਦੀ ਇੰਟਰ ਕਲਟੀਵੇਸ਼ਨ ਹੋ ਸਕਦੀ ਆ। ਤਾਂ ਅਸੀਂ ਉਹਨਾਂ ਦਾ ਕੋਈ ਪ੍ਰੋਜੈਕਟ ਵੀ ਸੀਗਾ ਕਿ ਹਲਦੀ ਨੂੰ ਪ੍ਰਮੋਟ ਕਰਨ ਦਾ, ਉਹਦੇ ਵਿੱਚ ਅਸੀਂ ਹਲਦੀ ਲਗਾ ਦਿੱਤੀ। ਔਰ ਲਗਾਉਣ ਤੋਂ ਬਾਅਦ ਜਦੋਂ ਤਿਆਰ ਹੋ ਗਈ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਜੀ ਹੁਣ ਕੱਚੀ ਹਲਦੀ ਹੈ, ਕਿਤੇ ਵਿਕਦੀ ਤਾਂ ਹੈ ਨਹੀਂ, ਇਹਦਾ ਕੀ ਕਰੀਏ? ਉਹ ਕਹਿੰਦੇ ਸਾਡਾ ਕੰਮ ਤਾਂ ਪ੍ਰਮੋਟ ਕਰਾਉਣ ਤੱਕ ਸੀਗਾ, ਹੁਣ ਤੁਸੀਂ ਜਾਣੋ ਤਾਂ ਤੁਸੀਂ ਤੁਹਾਡਾ ਕੰਮ ਜਾਣਾ ਐਨੀਵੇ। ਲੇਕਿਨ ਉਹਨਾਂ ਦਾ ਜਿਹੜਾ ਪ੍ਰੋਜੈਕਟ ਮੈਨੇਜਰ ਸੀਗਾ ਉਹਨਾਂ ਨੇ ਕਿਹਾ ਕਿ ਤੁਸੀਂ ਹਲਦੀ ਦਾ ਪਲਾਂਟ ਲਗਾਓ, ਇਹਦੇ ਨਾਲ ਆਪ ਦਾ ਵੀ ਫਾਇਦਾ ਹੋਏਗਾ ਅਤੇ ਬਾਕੀ ਜਿਹੜੇ ਕਿਸਾਨ ਆ ਉਹਨਾਂ ਦਾ ਵੀ ਫਾਇਦਾ ਹੋ ਜਾਏਗਾ। ਕਿਉਂਕਿ ਉਸ ਸਕੀਮ ਦੇ ਅੰਦਰ ਕਾਫੀ ਕਿਸਾਨਾਂ ਨੇ ਹਲਦੀ ਲਗਾ ਤਾਂ ਦਿੱਤੀ, ਪਰ ਬਾਅਦ 'ਚ ਕੀ ਕਰਨਾ ਉਹਦਾ ਨਹੀਂ ਸੀ ਪਤਾ। ਇਹ ਹਲਦੀ ਆ ਜਿਹੜੀ ਪੋਲਿਸ਼ ਕਰਨ ਤੋਂ ਬਾਅਦ ਤਿਆਰ ਹੋਈ ਆ ਔਰ ਇਹਦਾ ਰੰਗ ਪੂਰਾ ਆ ਗਿਆ ਹੈ। ਔਰ ਇਹ ਅਸੀਂ ਜੇ ਕੋਈ ਵਪਾਰੀ ਖਰੀਦੇ ਉਹਨੂੰ ਦੇ ਦਿੰਦੇ ਹਾਂ, ਨਹੀਂ ਤਾਂ ਅਸੀਂ ਪੀਸ ਕੇ ਲੋਕਲ ਮਾਰਕੀਟ ਵਾਸਤੇ। ਇਹ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਢਿੱਲੋਂ, ਫੌਜ 'ਚੋਂ ਰਿਟਾਇਰ ਹੋਣ ਤੋਂ ਬਾਅਦ ਜਲੰਧਰ ਨੇੜਲੇ ਆਪਣੇ ਜੱਦੀ ਪਿੰਡ ਢੱਡਾ ਸਨੋਰਾ ਵਿਖੇ 1993 ਤੋਂ ਖੇਤੀ ਕਰ ਰਹੇ ਹਨ। ਝੋਨਾ ਤੇ ਕਣਕ ਇਸ ਫਸਲੀ ਚੱਕਰ ਨੂੰ ਛੱਡ ਕੇ ਖੇਤੀ ਵਿਭਿੰਨਤਾ ਵੱਲ ਗਏ ਤਾਂ ਮੰਡੀਕਰਨ ਇਸ ਦੇ ਰਾਹ ਵਿੱਚ ਵੱਡਾ ਅੜਿੱਕਾ ਸਾਬਤ ਹੋਇਆ। ਦ ਸਟੋਰੀ ਦੀ ਇਸ ਡਾਕੂਮੈਂਟਰੀ ਪ੍ਰੋਗਰਾਮ ਵਿੱਚ ਕ੍ਰੋਪ ਡਾਇਵਰਸੀਫਿਕੇਸ਼ਨ ਮਤਲਬ ਖੇਤੀ ਵਿਭਿੰਨਤਾ ਦੇ ਵੱਖ-ਵੱਖ ਪਹਿਲੂਆਂ 'ਤੇ ਝਾਤ ਮਾਰਾਂਗੇ ਤੇ ਨਾਲ ਹੀ ਵੇਖਾਂਗੇ ਕਿ ਬ੍ਰਿਗੇਡੀਅਰ ਢਿੱਲੋਂ ਨੇ ਮੰਡੀਕਰਨ ਦੀ ਸਮੱਸਿਆ ਨੂੰ ਕਿਵੇਂ ਸਰ ਕੀਤਾ। ਕ੍ਰਾਪ ਡਾਇਵਰਸੀਫਿਕੇਸ਼ਨ ਦਾ ਮਤਲਬ ਇਹ ਹੈ ਕਿ ਜਿਹੜੀ ਮੌਜੂਦਾ ਖੇਤੀਬਾੜੀ ਹੈ ਪੰਜਾਬ ਦੇ ਵਿੱਚ, ਉਹਦੇ 'ਚ 80% ਦੀ ਰਕਬੇ ਦੇ ਉੱਤੇ ਕਣਕ ਤੇ ਝੋਨਾ ਬੀਜਿਆ ਜਾਂਦਾ ਹੈ। ਸੋ ਮੇਜਰ ਜਿਹੜੀਆਂ ਸਾਉਣੀ ਤੇ ਹਾੜੀ ਦੀਆਂ ਫਸਲਾਂ ਨੇ, ਉਹ ਹਾੜੀ ਦੀ ਫਸਲ 'ਚ ਕਣਕ ਤੇ ਸਾਉਣੀ ਦੀ ਫਸਲ ਦੇ ਵਿੱਚ ਝੋਨਾ ਜਿਹੜਾ ਉਹ ਡੋਮੀਨੇਟ ਕਰਦਾ ਹੈਗਾ। ਤੇ ਡਾਇਵਰਸੀਫਿਕੇਸ਼ਨ ਦਾ ਮਤਲਬ ਇਹ ਹੈ ਕਿ ਇਹ ਦੋ ਫਸਲਾਂ ਦੀ ਡੋਮੀਨੇਸ਼ਨ ਨੂੰ ਘਟਾ ਕੇ ਹੋਰ ਫਸਲਾਂ ਇਹਦੇ 'ਚ ਬੀਜਣੀਆਂ ਚਾਹੀਦੀਆਂ ਨੇ। ਹੋਰ ਫਸਲਾਂ ਕਿਹੜੀਆਂ ਨੇ? ਦਾਲਾਂ ਦੇ ਨਾਲ ਤਿਲਾਂ ਦੇ ਬੀਜ, ਇਸ ਤੋਂ ਇਲਾਵਾ ਮੱਕੀ, ਬਾਜਰਾ ਇਹ ਵਿੱਚ ਸ਼ਾਮਲ ਕਰ ਲਈਏ ਤਾਂ ਜਿਹੜੀ ਹੈ ਕ੍ਰਾਪ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਕਾਫੀ ਵੱਧ ਜੇ। ਅਤੇ ਇਹ ਜਦੋਂ ਪਹਿਲੀ ਦਫਾ ਗੱਲ ਹੋਈ ਇਹਦੇ ਬਾਰੇ, ਉਹ ਜੌਲ ਕਮੇਟੀ ਰਿਪੋਰਟ ਜਿਹੜੀ 85 'ਚ ਕਮੇਟੀ ਅਪਾਇੰਟ ਹੋਈ, 86 'ਚ ਰਿਪੋਰਟ ਦਿੱਤੀ ਆ, ਉਹਨਾਂ ਨੇ ਗੱਲ ਕੀਤੀ। ਅਤੇ ਉਹਨਾਂ ਨੇ ਕਿਹਾ ਸੀਗਾ ਕਿ ਫਸਟ ਰਾਊਂਡ ਦੇ ਵਿੱਚ 20% ਏਰੀਆ ਜਿਹੜਾ ਹੈ ਉਹ ਕਣਕ ਝੋਨੇ ਹੇਠੋਂ ਕੱਢ ਕੇ ਅਤੇ ਅਸੀਂ ਇਹਨਾਂ ਫਸਲਾਂ 'ਚ ਲੈ ਜਾਵਾਂਗੇ, ਉਹਦੇ ਨਾਲ ਨਵੀਆਂ ਫਸਲਾਂ ਆ ਜਾਣਗੀਆਂ। ਇਹ 1984 ਦੀ 85-86 ਦੀ ਗੱਲ ਹੈ। ਉਦੋਂ ਜਿਹੜਾ ਸੀ ਅਨਾਜ ਦਾ ਭੰਡਾਰ ਬਹੁਤ ਹੋਇਆ ਸੀ ਅਤੇ ਜਿਹੜਾ ਹੈਗਾ ਆਪਣਾ ਝੋਨਾ ਜਿਹੜਾ ਸੀਗਾ ਮੰਡੀਆਂ ਦੇ ਵਿੱਚ ਰੁਲ ਰਿਹਾ ਸੀ। ਗੌਰਮੈਂਟ ਜਿਹੜੀ ਆਪਣੇ ਪੈਰ ਖਿੱਚ ਰਹੀ ਸੀ, ਸੈਂਟਰ ਗੌਰਮੈਂਟ। ਕਈ ਢੇਰੀਆਂ ਤਾਂ ਕਿਉਂਕਿ ਝੋਨੇ ਵਿੱਚ ਥੋੜ੍ਹੀ ਨਮੀ ਹੁੰਦੀ ਆ, ਉਹਨਾਂ ਨੂੰ ਮਤਲਬ ਧੂੰਆਂ ਨਿਕਲ ਗਿਆ ਸੀ ਉਹਨਾਂ 'ਚੋਂ। ਅਤੇ ਫਿਰ ਉਸ ਵੇਲੇ ਬਰਨਾਲਾ ਦੀ ਆਪਣਾ ਸਰਕਾਰ ਸੀ ਅਤੇ ਅਮਰਿੰਦਰ ਸਿੰਘ ਉਦੋਂ ਐਗਰੀਕਲਚਰ ਦਾ ਮਿਨਿਸਟਰ ਸੀ। ਉਹ ਮੇਰੇ ਕੋਲ ਆਇਆ ਅਤੇ ਉਹਨਾਂ ਨੇ ਮੈਨੂੰ ਪੁੱਛ ਕੇ ਕਮੇਟੀ ਬਣਾ ਲਈ, ਜੋੜ ਕਮੇਟੀ ਜਿਹਨੂੰ ਕਹਿੰਦੇ ਹਨ।
ਅਸੀਂ ਉਹ ਫਿਰ ਉਸ ਪ੍ਰੋਬਲਮ ਨੂੰ ਕਿੱਦਾਂ ਟੈਕਲ ਹੋ ਸਕਦਾ, ਉਹ ਰਿਪੋਰਟ ਸੀ ਡਿਵਰਸੀਫਿਕੇਸ਼ਨ ਦੀ। ਉੱਥੋਂ ਡਿਵਰਸੀਫਿਕੇਸ਼ਨ ਦਾ ਕਨਸੈਪਟ ਚੱਲਿਆ। ਲੇਕਿਨ ਉਹ ਗੌਰਮੈਂਟ ਟੁੱਟ ਗਈ 87 ਵਿੱਚ। ਫਿਰ ਉਦੋਂ ਅਕਾਲੀਆਂ ਦੀ ਜਾਂ ਸਮਝ ਲਓ ਵੀ ਮੁੜ ਕੇ ਹੈ ਆਪਣਾ ਸੀਗਾ ਗਵਰਨਰ ਰੂਲ ਆ ਗਿਆ ਅਤੇ ਔੜ ਲੱਗ ਗਈ 87 ਦੇ ਵਿੱਚ। 4 ਸਾਲ ਔੜ ਲੱਗੀ ਰਹੀ। ਜਿਹੜੇ ਸੀਗੇ ਅਨਾਜ ਘਟ ਗਿਆ ਅਤੇ ਉਹਨਾਂ ਦੀ ਵੱਲ ਪ੍ਰਵਾਹ ਨਹੀਂ ਕੀਤੀ ਉਸ ਰਿਪੋਰਟ ਦੀ, ਕਿਉਂਕਿ ਜੋ ਮੈਂ ਰਿਪੋਰਟ ਬਣਾਈ ਸੀ ਉਹ ਕਮੇਟੀ ਦੀ ਰਾਜਰ, ਉਹ ਸਾਡੀ ਜਿਹੜਾ ਵਿਜ਼ਨ ਸੀ 50 ਸਾਲ ਦਾ ਸੀ ਕਿ 50 ਸਾਲਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਐਗਰੀਕਲਚਰ ਕਿਵੇਂ ਔਰ ਕਿੱਥੇ ਜਾਏਗਾ। ਲੇਕਿਨ ਉਹ ਕਿਸੇ ਨੇ ਉਸ ਰਿਪੋਰਟ ਦਾ ਇੱਕ ਪ੍ਰਕਾਰ ਨਹੀਂ ਥੱਲਿਆ। ਅਤੇ ਜਦ 2002 ਦੇ ਵਿੱਚ ਇਲੈਕਸ਼ਨਾਂ ਹੋਈਆਂ ਅਤੇ ਉਦੋਂ ਅਮਰਿੰਦਰ ਸਿੰਘ ਚੀਫ ਮਿਨਿਸਟਰ ਦਾ ਚਿਹਰਾ ਸੀ ਅਤੇ ਉਹਨੇ ਇਹ ਬਹੁਤ ਬੜਾ ਮੁੱਦਾ ਬਣਾਇਆ ਸੀ ਕਿ ਜੇ ਜੌਲ ਰਿਪੋਰਟ ਦਾ ਇਸਤੇਮਾਲ ਕੀਤਾ ਹੁੰਦਾ ਤਾਂ ਅੱਜ ਹਾਲਤ ਨਾ ਹੁੰਦੀ। ਅਸੀਂ ਇਹ ਜੌਲ ਕਮੇਟੀ ਦੀ ਜਿਹੜੀ ਰਿਪੋਰਟ ਨੂੰ ਰਿਵਾਈਜ਼ ਕਰਵਾ ਕੇ ਅਸੀਂ ਲਾਗੂ ਕਰਾਂਗੇ। ਇੱਕ ਬਹੁਤ ਵੱਡਾ ਮੁੱਦਾ ਸੀ ਇਹ। ਲੇਕਿਨ ਸਰਕਾਰ ਬਣਨ ਤੋਂ ਬਾਅਦ ਮੈਂ 4-5 ਮਹੀਨਿਆਂ 'ਚ ਸਾਡੀ 12 ਬੰਦਿਆਂ ਦੀ ਕਮੇਟੀ ਸੀਗੀ, 100 ਬੰਦਾ ਕੰਸਲਟ ਵੀ ਕੀਤਾ ਸੀ ਅਤੇ 4 ਮਹੀਨਿਆਂ ਦੇ ਵਿੱਚ ਮੈਂ ਉਹ ਰਿਪੋਰਟ ਸਬਮਿਟ ਕਰਤੀ। ਇਹਨਾਂ ਦੋਹਾਂ ਰਿਪੋਰਟਾਂ ਦੇ ਵਿੱਚ ਜੋ ਅਲਟਰਨੇਟਿਵ ਹੋ ਸਕਦਾ ਸੀ ਉਹਨਾਂ ਦੀ ਇਕਨੋਮਿਕਸ ਵਰਕਆਊਟ ਕੀਤੀ ਹੋਈ ਸੀ ਵੀ ਜਿਹੜਾ ਆ ਕਿਹੜੀ ਫਸਲ ਕਿਸ ਹਾਲਤ ਦੇ ਵਿੱਚ ਇਸ ਝੋਨੇ ਨੂੰ ਖਾਸ ਕਰਕੇ ਰਿਪਲੇਸ ਕਰੇਗੀ ਉਸ ਵੇਲੇ ਦੀਆਂ ਕੀਮਤਾਂ ਅਤੇ ਕੋਸਟ ਦੇ ਮੁਤਾਬਕ। ਇਹ ਦੂਜੀ 'ਚ ਵੀ ਹੋਈ ਸੀ। ਇਹਦੇ ਵਿੱਚ ਕੋਈ ਸਬਜ਼ੀਆਂ, ਫੁੱਲ, ਬਾਗ ਜਾਂ ਜਿਹੜੀਆਂ ਫਸਲਾਂ ਸਾਰਿਆਂ ਦੀ ਇਕਨੋਮਿਕਸ ਕੱਢ ਕੇ ਅਤੇ ਉਹਨੂੰ ਰਿਪੋਰਟ ਦਿੱਤੀ ਸੀ। ਫਿਰ ਉਹਦੇ ਵਿੱਚ ਇਹ ਦੇਖਿਆ ਕਿ ਬਈ ਜਿਹੜਾ ਝੋਨਾ ਆ ਜਿੰਨੀ ਦੇਰ ਪਾਣੀ ਫ੍ਰੀ ਮਿਲਦਾ ਔਰ ਅਸ਼ੋਰਡ ਪ੍ਰਾਈਸ ਹੈ, MSP ਹੈਗੀ ਹੈ, ਉਨੀ ਦੇਰ ਝੋਨੇ ਨੂੰ ਕੋਈ ਫਸਲ ਜਿਹੜੀ ਆ ਰਿਪਲੇਸ ਨਹੀਂ ਕਰਦੀ। ਉਹਦੇ ਵਾਸਤੇ ਅਸੀਂ ਸੈਂਟਰਲ ਗੌਰਮੈਂਟ ਤੋਂ ਰਿਪੋਰਟ ਤੋਂ ਸਪੋਰਟ ਮੰਗੀ। ਉਸ ਵੇਲੇ ਹਾਲਤ ਇਹ ਸੀ ਕਿ ਪਿਛਲੇ 5 ਸਾਲਾਂ ਦੇ ਵਿੱਚ ਇਹਨੇ 23 ਮਿਲੀਅਨ ਟਨ ਰਾਈਸ ਅਤੇ 12 ਮਿਲੀਅਨ ਟਨ ਵੀਟ ਜਿਹੜੀ ਐਕਸਪੋਰਟ ਕੀਤੀ ਸੀ, ਜਿਹਦੀ ਕਿ ਕੀਮਤ ਇਹਨੂੰ ਮਿਲੀ ਜਿਹੜੀ ਬਿਲੋ ਪਾਵਰਟੀ ਲਾਈਨ ਪ੍ਰਾਈਸ ਹੁੰਦੀ ਆ ਉਸ ਤੋਂ ਵੀ ਘੱਟ 'ਤੇ ਕੀਮਤ ਕੀਤੀ। ਔਰ ਕਿਉਂਕਿ ਸਟੋਰ ਠੀਕ ਨਾ ਸੀ ਕੀਤਾ ਹੋਇਆ, ਬਹੁਤ ਸਾਰੀਆਂ ਜਿਹੜੀਆਂ ਕੰਸਾਈਨਮੈਂਟ ਸੀ ਉਹ ਜਿਹੜੀਆਂ ਰਿਜੈਕਟ ਹੋ ਗਈਆਂ। ਲੇਕਿਨ ਉਹਦੇ ਨਾਲ ਦੀ ਨਾਲ 14,000 ਕਰੋੜ ਦੀ ਜਿਹੜੀ ਸੀ ਅਸੀਂ ਆਇਲ ਸੀਡਸ, ਆਇਲ ਅਤੇ ਪਲਸਿਸ ਇੰਪੋਰਟ ਕਰਦੇ ਸੀ। ਮੇਰਾ ਸਟੈਂਡ ਇਹ ਸੀਗਾ ਕਿ ਜਿੰਨੀ ਕੁ ਤੁਸੀਂ ਐਕਸਪੋਰਟ ਕਰਦੇ ਹੋ ਸਾਰਾ ਲਾਸ ਕਰਕੇ, ਉਨੀ ਕੁ ਅਸੀਂ ਪ੍ਰੋਡਿਊਸ ਕਰਨੀ ਬੰਦ ਕਰ ਦਈਏ। ਸੋ ਉਸ ਵੇਲੇ ਮੈਂ ਜਿਹੜਾ ਸੀਗਾ ਇਹਨਾਂ ਨੂੰ 2 ਮਿਲੀਅਨ ਹੈਕਟੇਅਰ ਜਿਹੜੀ ਜ਼ਮੀਨ ਸੀ ਉਹਦੇ 'ਚੋਂ ਜਿਹੜਾ ਹੈਗਾ 1.5 ਮਿਲੀਅਨ, ਇਹ ਸੀ ਮੈਨੂੰ ਯਾਦ ਨਹੀਂ, 1 ਜਾਂ 1.5 ਮਿਲੀਅਨ ਹੈਕਟੇਅਰ ਝੋਨੇ ਥੱਲੋਂ ਕੱਢਣ ਦੀ ਗੱਲ ਕੀਤੀ ਸੀ। ਫੂਡ ਮਿਨਿਸਟਰੀ ਨੂੰ ਮੈਂ 1600 ਕਰੋੜ ਰੁਪਈਆ ਮੰਗਿਆ ਸੀ ਉਸ ਵਾਸਤੇ, ਫਾਰਮਰ ਨੂੰ ਕੰਪਨਸੇਟ ਕਰਨ ਲਈ। ਇਹ ਕੰਪਨਸੇਟ ਕਿਵੇਂ ਕਰਨਾ? ਮੈਂ ਦੱਸਦਾ ਤੁਹਾਨੂੰ। ਕੰਪਨਸੇਟ ਕਰਨਾ ਸਾਰਾ ਸਿਸਟਮ ਬਣਾ ਕੇ ਦਿੱਤਾ ਸੀਗਾ, ਪੰਚਾਇਤ ਦੇ ਥਰੂ ਜਾਂ ਕਿਸ ਤਰ੍ਹਾਂ ਇਹ ਡਿਸਟਬਰਸ ਹੋਏਗੀ, ਕੀ ਮਤਲਬ ਸ਼ੋਰਟੀ ਲੈ ਜਾਏਗੀ, ਸਭ ਕੁਛ ਉਹ ਸਭ ਮੁਕੰਮਲ ਸੈੱਟ ਬਣਾ ਕੇ ਦਿੱਤਾ ਸੀ। ਫੂਡ ਮਿਨਿਸਟਰੀ ਨਾਲ ਕਾਫੀ 2 ਘੰਟੇ ਮੀਟਿੰਗ ਹੋਈ ਔਰ ਉਹ ਕਨਵਿੰਸ ਹੋ ਗਿਆ ਵੀ ਠੀਕ ਹੈ, ਇੱਕ ਤਾਂ ਸਾਡੀ ਜਿਹੜੀ ਇੰਪੋਰਟ ਹੈ ਉਹ ਬਚੇਗੀ, ਆਇਲ ਸੀਡ ਪਲਸਿਸ ਗਰੋ ਕਰਨਗੇ, ਅਤੇ ਦੂਜਾ ਜਿਹੜਾ ਹੈਗਾ ਸਾਡੀ ਜਿਹੜੀ ਵੇਸਟੇਜ ਹੁੰਦੀ ਆ ਅਨਸੈਸਰੀਲੀ ਉਹ ਜਾ ਜਾਂਦੀ ਹੈ। ਮੈਨੂੰ ਕਹਿਣ ਲੱਗੇ ਅਸੀਂ ਫਾਈਨੈਂਸ ਮਿਨਿਸਟਰੀ ਕੋਲੋਂ ਜਾਵਾਂਗੇ ਪੈਸੇ ਲੈਣ। ਮੈਂ ਕਿਹਾ ਮੈਂ ਚੱਲਦਾ ਨਾਲ। ਮੈਨੂੰ ਕਹਿੰਦੇ ਨਹੀਂ ਪ੍ਰੋਫੈਸਰ ਸਾਹਿਬ ਅਸੀਂ ਸਮਝ ਗਏ ਹਾਂ ਔਰ ਅਸੀਂ ਲੈ ਲਾਂਗੇ। ਉਹ ਪੈਸੇ ਲੈ ਲਏ। ਉਹ ਐਗਰੀਕਲਚਰ ਮਿਨਿਸਟਰੀ ਕੋਲ ਚਲੇ ਗਏ,
ਤੇ ਮੈਂ ਉਸ ਵੇਲੇ ਚਲਾ ਗਿਆ ਕਿਤੇ ਆਪਣਾ ਵਰਲਡ ਬੈਂਕ ਦੀ ਕੰਸਲਟੈਂਸੀ ਚਲਾ ਗਿਆ। ਮਗਰੋਂ ਸੈਕਟਰੀ ਐਗਰੀਕਲਚਰ ਨੇ ਮੀਟਿੰਗ ਸੱਦੀ ਸੱਦ ਕੇ ਤੇ ਉਹਦੇ ਵਿੱਚ ਗਿਆ ਇੱਕ FCD ਮਿਸਟਰ ਪਿਊਸ਼ ਮੈਂ ਪਤਾ ਨਹੀਂ ਕਿਹੜਾ ਉਹ ਸੀ, ਦੂਜਾ ਹਿੰਮਤ ਸਿੰਘ ਸੀ ਐਗਰੋ ਦਾ ਚੇਅਰਮੈਨ। ਉੱਥੇ ਜਾ ਕੇ ਇਹਨਾਂ ਨੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ, ਉਹ ਪੈਸਾ ਜਾਂਦਾ ਲੱਗਾ। ਉੱਥੇ ਦਿੱਲੀ ਇੱਕ ਮੀਟਿੰਗ ਹੋਈ, ਮੈਨੂੰ ਯਾਦ ਹੈ, ਮੈਂ ਤਾਂ ਉਦੋਂ ਹਲੇ ਪੜ੍ਹਦਾ ਹੀ ਸੀ। ਅਤੇ ਉੱਥੇ ਡਾਕਟਰ ਕਾਲਕਟ ਸਾਡੇ ਪੰਜਾਬ ਦੇ ਉਦੋਂ ਹੁੰਦੇ ਸੀ ਜੁਆਇੰਟ ਡਾਇਰੈਕਟਰ ਘਣੀ ਖੇਤੀ, ਉਹ ਗਏ ਸੀ ਉਹ ਮੀਟਿੰਗ ਅਟੈਂਡ ਕਰਨ। ਮੈਨੂੰ ਕਾਲਕਟ ਸਾਹਿਬ ਨੇ ਦੱਸਿਆ ਕਿ ਕੋਈ ਇੱਥੇ ਫਾਰਮਰ ਕਮਿਸ਼ਨ 'ਚ ਮੇਰੇ 10-12 ਸਾਲ ਚੇਅਰਮੈਨ ਰਹੇ। ਉਹ ਕਹਿੰਦੇ ਵੀ ਉੱਥੇ ਉਹਨਾਂ ਨੇ ਮੀਟਿੰਗ ਕੀਤੀ ਮਿਸਿਸ ਇੰਦਰਾ ਗਾਂਧੀ ਨੇ, ਅਤੇ ਉਹ ਪ੍ਰਧਾਨ ਮੰਤਰੀ ਸੀ ਉਦੋਂ ਦੇਸ਼ ਦੇ, ਵੀ ਮੈਂ ਇਹ ਕਿਵੇਂ ਇਸ ਤੋਂ PL 480 ਤੋਂ ਜਾਂ ਅਮਰੀਕਾ ਦੇ ਉੱਤੇ ਫੂਡ ਲਈ ਡਿਪੈਂਡੈਂਸ ਤੋਂ ਖੜਾ ਛੁਡਾਇਆ ਜਾ ਸਕਦਾ। ਅਤੇ ਕਹਿੰਦੇ ਉੱਥੇ ਫਿਰ ਇਹ ਹੋਇਆ ਵੀ ਯਾਰ ਜਿਹੜੇ ਵੱਡੇ ਇਰੀਗੇਸ਼ਨ ਦੇ ਡੈਮ ਨੇ ਇਹਨਾਂ ਦੇ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ। ਪਹਿਲਾਂ ਡੈਮ ਬਣਦਾ, ਫਿਰ ਉਹਦੀ ਡਿਸਟਰੀਬਿਊਸ਼ਨ ਸਿਸਟਮ, ਨਹਿਰਾਂ ਬਣਦੀਆਂ, ਖਾਲ ਬਣਦੇ ਨੇ, ਜੇ ਹੁੰਦਾ ਵੀ ਇਹਦੇ 'ਚ ਟਾਈਮ ਬਹੁਤ ਲੱਗ ਜਾਂਦਾ ਵੀ ਸਾਨੂੰ ਉਹ ਏਰੀਆ ਡਿਵੈਲਪ ਕਰਨੇ ਚਾਹੀਦੇ ਨੇ ਜਿੱਥੇ ਮਾਈਨਰ ਇਰੀਗੇਸ਼ਨ ਡਿਵੈਲਪ ਹੋ ਸਕਦੀ, ਜਿੱਥੇ ਟਿਊਬਵੈੱਲ ਛੇਤੀ ਲੱਗ ਸਕਦੇ ਨੇ। ਅਤੇ ਫਿਰ ਪੰਜਾਬ ਹਰਿਆਣਾ ਜਿਹੜਾ ਹੈ ਇਸ ਏਰੀਏ 'ਤੇ ਵੈਸਟਰਨ UP ਦੇ ਵਿੱਚ ਮਿਲੀਅਨ ਵੈਲਜ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਵੀ 10 ਲੱਖ ਟਿਊਬਵੈੱਲ ਲਾਓ ਇਹਦੇ 'ਚ, ਤਾਂ ਕਿ ਕਿਉਂਕਿ ਟਿਊਬਵੈੱਲ ਜਦੋਂ ਲੱਗਿਆ ਨਾਲ ਦੀ ਨਾਲ ਪਾਣੀ ਲੱਗਣਾ ਸ਼ੁਰੂ ਹੋ ਗਿਆ, ਨਾਲ ਦੀ ਨਾਲ ਪ੍ਰੋਡਕਸ਼ਨ ਵਧਣੀ ਸ਼ੁਰੂ ਹੋ ਗਈ। ਤਾਂ ਇਹ ਐਕਚੁਅਲੀ ਖੇਤੀਬਾੜੀ ਜਿਹੜੀ ਸਾਡੀ ਗ੍ਰੀਨ ਰੈਵੋਲੂਸ਼ਨ ਆਈ ਸੀ, ਇਹ ਭਾਰਤ ਸਰਕਾਰ ਦੀ ਦੇਸ਼ ਦੀ ਲੋੜ ਨੂੰ ਮੁੱਖ ਰੱਖ ਕੇ ਆਈ ਸੀ, ਅਤੇ ਇਹ ਦੇਸ਼ ਦੀ ਲੋੜ ਦੇ ਸਨਮੁਖ ਹੀ ਇਹ ਜਾਊਗੀ ਜੇ, ਅਤੇ ਦੇਸ਼ ਨੂੰ ਹੀ ਸਾਡੀ ਬਾਂਹ ਫੜਨੀ ਪੈਣੀ ਹੈ। ਗੁਲਾਟੀ ਸਾਹਿਬ, ਖੇਤੀਬਾੜੀ ਅਫਸਰ ਹੋਣ ਦੇ ਨਾਤੇ ਤੁਹਾਡਾ ਫਾਰਮਰਸ ਦੇ ਨਾਲ, ਕਿਸਾਨਾਂ ਦੇ ਨਾਲ ਸਿੱਧਾ ਵਾਹ ਪੈਂਦਾ, ਅਤੇ ਜਦੋਂ ਤੁਸੀਂ ਉਹਨਾਂ ਕੋਲ ਜਾਂਦੇ ਹੋ ਕਿ ਤੁਸੀਂ ਖੇਤੀ ਵਿਭਿੰਨਤਾ ਦੇ ਵਿੱਚ ਜਾਂ ਕ੍ਰੌਪ ਡਾਇਵਰਸੀਫਿਕੇਸ਼ਨ ਨੂੰ ਲੈ ਕੇ ਤੁਸੀਂ ਆਹ ਫਸਲਾਂ ਬੀਜੋ, ਅਤੇ ਉਹਨਾਂ ਦਾ ਕਿੱਦਾਂ ਦਾ ਰਿਸਪੌਂਸ ਹੁੰਦਾ, ਕੀ ਕਹਿੰਦੇ ਨੇ ਤੁਹਾਨੂੰ? ਜਦੋਂ ਅਸੀਂ ਕਿਸਾਨ ਨਾਲ ਗੱਲ ਕਰਨੇ, ਕਿਉਂਕਿ ਤੁਸੀਂ ਬੜਾ ਦਰੁਸਤ ਫਰਮਾਇਆ ਕਿ ਤੁਸੀਂ ਬਤੌਰ ਖੇਤੀਬਾੜੀ ਟੈਕਨੋਕ੍ਰੇਟ ਦੇ ਨਾਤੇ ਜਦੋਂ ਅਸੀਂ ਕਿਸਾਨ ਨਾਲ ਗੱਲ ਕਰਨੇ ਆ, ਕਿਸਾਨ ਨਾਲ ਅਸੀਂ ਵਿਚਾਰ ਵਟਾਂਦਰਾ ਕਰਨੇ ਆ ਔਰ ਕਿਸਾਨ ਨੂੰ ਸਲਾਹ ਦਿੰਦੇ ਆ ਵੀ ਸਾਡੇ ਖੇਤੀ ਖਰਚੇ ਬੜੇ ਵੱਧ ਗਏ ਨੇ, ਝੋਨਾ ਔਰ ਕਣਕ ਦੀ ਲਗਾਤਾਰ ਫਸਲੀ ਚੱਕਰ ਅਪਣਾਉਣ ਦੇ ਨਾਲ, ਔਰ ਸਾਡੇ ਜ਼ਮੀਨ ਦਾ ਪਾਣੀ ਬੜਾ ਥੱਲੇ ਜਾਣ ਡਿਆ, ਸਾਡੇ ਕੁਦਰਤੀ ਵਸੀਲੇ ਬੜੇ ਖੁਰਦੇ ਪਏ ਹੈ। ਔਰ ਕਿਸਾਨ ਬੜੀ ਮੈਨੂੰ ਖੁਸ਼ੀ ਹੁੰਦੀ ਦੱਸਣ ਲੱਗਿਆ ਕਿ ਹਰ ਕਿਸਾਨ ਸਾਡੀ ਗੱਲ ਨਾਲ ਸਹਿਮਤ ਹੈ ਔਰ ਕਿਸਾਨ ਸਮਝਦਾ ਕਿ ਵਾਕਈ ਇਹ ਸਮੱਸਿਆ ਬੜੀ ਗੰਭੀਰ ਹੈ। ਕੁਝ ਜਿਸ ਹੱਦ ਤੱਕ ਪਾਣੀ ਥੱਲੇ ਜਾਂਦਾ ਪਿਆ, ਜਿਸ ਹੱਦ ਤੱਕ ਸਾਨੂੰ ਸਮੱਸਿਆਵਾਂ ਆ ਰਹੀਆਂ, ਖੇਤੀ ਖਰਚੇ ਵੱਧ ਰਹੇ ਨੇ, ਔਰ ਆਪਾਂ ਇਹ ਵੀ ਜਾਣਦੇ ਹਾਂ ਕਿ ਝੋਨਾ ਸਾਡੀ ਖੁਰਾਕ ਵੀ ਨਹੀਂ ਪੰਜਾਬੀਆਂ ਦੀ ਹੈਗੀ, ਚਾਵਲ ਅਸੀਂ ਘੱਟ ਖਾਂਦੇ ਹਾਂ। ਉਸ ਦੇ ਲਿਹਾਜ਼ ਨਾਲ ਕਿਸਾਨ ਸਮਝਦਾ ਕਿ ਮੈਂ ਕੁਝ ਬਦਲਾਂ। ਪਰ ਜਦੋਂ ਕਿਸਾਨ ਨੂੰ ਇਹਦਾ ਇਕਨੋਮਿਕਸ ਸਮਝ ਲੱਗਦੀ ਹੈ, ਕਿਸਾਨ ਸਮਝਦਾ ਕਿ ਝੋਨਾ ਤਾਂ ਮੇਰੀ ਇੱਕ ਪੱਕੀ ਫਸਲ ਹੈ, ਸਰਕਾਰ ਝੋਨੇ ਨੂੰ ਖਰੀਦਦੀ ਹੈ, ਮੰਡੀ 'ਚ ਲੈ ਕੇ ਜਾਂਦਾ, ਸਰਕਾਰ ਅੱਗੋਂ ਤਿਆਰ ਹੈ ਖਰੀਦਣ ਵਾਸਤੇ, ਪਹਿਲਾਂ ਹੀ ਭਾਅ ਨਿਸ਼ਚਿਤ ਹੈ। ਲੇਕਿਨ ਜਦੋਂ ਮੱਕੀ ਲੈ ਕੇ ਜਾਂਦਾ ਅਤੇ ਉਹਦੇ ਨਾਲ ਕਾਫੀ ਕਹਿ ਲਓ ਕਿ ਧੱਕੇਸ਼ਾਹੀ ਵੀ ਹੁੰਦੀ ਹੈ, ਮੱਕੀ ਦਾ ਭਾਅ ਕਦੀ ਉੱਪਰ ਚੜ੍ਹ ਜਾਂਦਾ, ਕਦੀ ਥੱਲੇ ਆ ਜਾਂਦਾ, ਔਰ ਸਰਕਾਰੀ ਖਰੀਦਦਾਰੀ ਜਿਹੜੀ ਹੈ ਉਹ ਨਹੀਂ ਹੁੰਦੀ। ਕਿਸਾਨ ਨੂੰ ਹਤਾਸ਼ਾ ਹੁੰਦੀ, ਔਰ ਕਿਸਾਨ ਆਪਣਾ ਤਜਰਬਾ ਜਿਹੜਾ ਪਿਛਲਾ ਵੀ ਸਾਡਾ ਸਾਂਝਾ ਕਰਦਾ ਕਿ ਮੈਂ ਪਹਿਲਾਂ ਮੱਕੀ ਤੁਹਾਡੇ ਕਹਿਣ 'ਤੇ ਬੀਜੀ ਸੀ, ਪਰ ਮੈਨੂੰ ਲੱਭਿਆ ਕੱਖ ਨਹੀਂ ਸੀ, ਭਾਅ ਪਿਛਲੇ ਸਾਲ ਵੀ ਕਾਫੀ ਘੱਟ ਗਿਆ ਸੀਗਾ। ਔਰ ਕਈ ਵਾਰੀ ਇਹ ਵੀ ਹੁੰਦਾ ਕਿ ਮੱਕੀ ਗਿੱਲੀ ਹੈ ਅਤੇ ਉਹਦਾ ਭਾਅ ਹੋ ਰਿਹਾ, ਸੁੱਕੀ ਦਾ ਭਾਅ ਹੋ ਰਿਹਾ, ਸੋ ਸਮੱਸਿਆਵਾਂ ਕਾਫੀ ਆਉਂਦੀਆਂ ਕਿਸਾਨ ਨੂੰ। ਇਹ ਹਲਦੀ ਦਾ ਪਲਾਂਟ ਹੈ, ਪ੍ਰੋਸੈਸਿੰਗ ਪਲਾਂਟ, ਠੀਕ ਹੈ। ਜਦੋਂ ਹਲਦੀ ਆਉਂਦੀ ਆ ਉਹਦੇ 'ਚ ਮਿੱਟੀ ਲੱਗੀ ਹੁੰਦੀ ਹੈ, ਅਤੇ ਉਹ ਅਸੀਂ ਹਲਦੀ ਦਾ ਜਿਹੜਾ ਬਲਬ ਔਰ ਫਿੰਗਰਸ ਉਹਨੂੰ ਅਲੱਗ ਕਰ ਦਈਦੀਆਂ, ਔਰ ਉਸ ਤੋਂ ਬਾਅਦ ਇਹ ਵਾਸ਼ਰ ਹੈ, ਇਹਦੇ ਵਿੱਚ ਉਹਨੂੰ ਧੋਇਆ ਜਾਂਦਾ। ਆਹ ਹੈਗਾ ਜਿਹੜਾ ਕੀ ਕਹਿੰਦੇ ਆ, ਇਹ ਸਾਡਾ ਬੋਇਲਰ ਹੈ, ਔਰ ਇਹ ਆਪ ਦੇਖੋਗੇ ਨਾ ਕਚਰਾ, ਇਹ ਜਿੰਨਾ ਵੀ ਉਹਦੀ ਸਕਿਨ ਹੈ ਲੱਥ ਕੇ ਤੇ ਕਚਰਾ ਬਾਹਰ ਆ ਜਾਂਦਾ। ਬਟ ਅਨਫੋਰਚੂਨੇਟਲੀ ਡਿਪਾਰਟਮੈਂਟ ਨੇ ਜਿਹੜਾ ਪ੍ਰੋਸੈਸਿੰਗ ਔਰ ਮਾਰਕੀਟਿੰਗ ਹੈ, ਇਸ ਆਸਪੈਕਟ 'ਤੇ ਕੋਈ ਵਿਚਾਰ ਨਹੀਂ ਕੀਤਾ ਅਤੇ ਨਾ ਹੀ ਕਿਸਾਨਾਂ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ। ਇਸ ਕਰਕੇ ਕਿਸਾਨ ਕਾਫੀ ਡਿਸਕਰੇਜ ਹੋ ਗਏ। ਤਾਂ ਉਹ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀਗਾ ਕਿ ਉਹ ਡਾਇਰੈਕਟਰ ਸਾਹਿਬ ਨੇ ਕਿਹਾ ਵੀ ਲਗਾਓ, ਤਾਂ ਮੈਂ ਕਿਹਾ ਜੀ ਲਗਾ ਤਾਂ ਦਿੰਦੇ ਆ, ਪਰ ਪਲਾਂਟ ਹੈ ਕਿੱਥੇ ਹੈ, ਕਿੱਥੋਂ ਮਿਲੂਗਾ? ਉਹ ਕਹਿੰਦੇ ਤੁਹਾਡੀ ਜ਼ਿੰਮੇਵਾਰੀ ਰਾਤੀ ਕਿ ਪਲਾਂਟ ਵੀ ਤੁਸੀਂ ਹੀ ਲਾਓ। ਹਾਂ, ਨੈਚੁਰਲੀ। ਇਹ ਕਿਹੜੇ ਈਅਰ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ? ਹਾਂਜੀ, ਇਹ ਕਿਹੜੇ ਈਅਰ ਦੀਆਂ ਗੱਲਾਂ ਕਰ ਰਹੇ ਹੋ? ਇਹ 2000 'ਚ ਮਤਲਬ 21 ਸਾਲ ਪਹਿਲਾਂ ਦੀ ਗੱਲ। ਹਾਂਜੀ। ਤਾਂ ਉਹ ਕਹਿੰਦੇ ਮੈਂ ਕਿਹਾ ਪਲਾਂਟ ਕਿੱਥੋਂ ਲਈ ਹੈ?
ਕਹਿੰਦੇ ਪਲਾਂਟ ਤਾਂ ਕਿਤੇ ਹੈ ਨਹੀਂਗਾ, ਤੁਸੀਂ ਸੋ ਦੇਖ ਲਓ ਕਿੱਥੋਂ ਮਿਲ ਸਕਦਾ। ਤਾਂ ਮੈਂ ਟਰਾਈ ਕੀਤਾ ਉੜੀਸਾ, ਦੈਨ ਮੈਂ ਟਰਾਈ ਕੀਤਾ ਮਹਾਰਾਸ਼ਟਰ ਬੜਾ ਵੱਡਾ ਹਲਦੀ ਦਾ ਗੜ੍ਹ ਆ, ਅਤੇ ਦ ਪਲੇਸ ਹੈ ਉੱਥੋਂ ਦੀ ਸਾਂਗਲੀ, ਜਿਹੜੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ। ਮੈਂ ਉੱਥੇ ਗਿਆ ਸੀਗਾ ਔਰ ਉੱਥੇ ਮੈਂ ਪਤਾ ਕੀਤਾ ਭਾਈ ਇਹਦਾ ਪ੍ਰੋਸੈਸਿੰਗ ਦਾ ਪਲਾਂਟ ਕਿੱਥੋਂ ਮਿਲੇਗਾ। ਉਹ ਕਹਿੰਦੇ ਹੈ ਤਾਂ ਸਾਡੇ ਕੋਲ ਵੀ ਨਹੀਂ, ਪਰ ਇੱਥੇ ਕੀ ਹੈ ਛੋਟੀ ਹੋਲਡਿੰਗ ਹੈ, ਲੋਕ ਆਪਣੇ ਆਪ ਬੋਇਲ ਕਰਕੇ ਲੈ ਆਉਂਦੇ ਆ। ਇਸ ਕਰਕੇ ਕਿਤੋਂ ਨਹੀਂ ਮਿਲਣ ਤੋਂ ਬਾਅਦ ਫਿਰ ਅਸੀਂ ਖੁਦ ਹੀ ਸੋਚਿਆ ਵੀ ਇਹਦਾ ਕੀ ਪ੍ਰੋਸੈਸਿੰਗ ਸਟੇਜਿਸ ਹੈਗੀਆਂ ਔਰ ਹੁਣ ਕੀ ਕਹੇ। ਫਿਰ ਇੱਕ ਫੈਬਰੀਕੇਟਰ ਮਿਲ ਗਿਆ, ਕਾਫੀ ਉਤਸ਼ਾਹ ਵਾਲਾ ਫੈਬਰੀਕੇਟਰ ਸੀਗਾ, ਔਰ ਉਹਨੇ ਕਿਹਾ ਕਿ ਤੁਸੀਂ ਆਈਡੀਆ ਦੱਸੋ, ਬਣਾ ਮੈਂ ਦਊਂਗਾ। ਅੱਛਾ ਜੀ, ਠੀਕ ਹੈ, ਮਤਲਬ ਲੋਕਲ ਇੰਜੀਨੀਅਰ ਕੋਈ? ਹਾਂ ਲੋਕਲ ਜਲੰਧਰ ਕਾ ਹੀ ਹੈ। ਅੱਛਾ ਜੀ। ਤਾਂ ਉਹਨਾਂ ਦੇ ਨਾਲ ਰਲ ਕੇ ਤੇ ਅਸੀਂ ਇੱਕ ਪਲਾਂਟ ਤਿਆਰ ਕਰ ਲਿਆ ਪ੍ਰੋਸੈਸਿੰਗ ਵਾਸਤੇ। ਤੇ ਉਹ ਕਿੰਨਾ ਕੁ ਖਰਚਾ ਆਇਆ ਉਹਦੇ ਤੇ? ਉਸ ਵੇਲੇ ਕੋਈ 6-7 ਲੱਖ ਖਰਚਾ ਆਇਆ ਸੀਗਾ, ਲੇਕਿਨ ਹੁਣ ਤਾਂ ਉਹ ਕੰਮ ਕਾਫੀ ਜ਼ਿਆਦਾ ਹੋ ਗਿਆ ਹੋਊਗਾ, ਪਰ ਕਰਕੇ ਅਸੀਂ ਪਲਾਂਟ ਤਿਆਰ ਕਰ ਲਿਆ। ਔਰ ਮੈਂ ਉਦੋਂ ਫਿਰ ਇਹ ਵੀ ਕਿਸਾਨ ਸਾਰੇ ਇਕੱਠੇ ਹੋ ਗਏ ਸੀਗੇ ਕਿ ਭਾਈ ਦੱਸੋ ਅਸੀਂ ਕਿੱਥੇ ਵੇਚੀਏ। ਤਾਂ ਉਸ ਮੀਟਿੰਗ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖੋ ਪਲਾਂਟ ਮੈਂ ਲਗਾ ਲੂँਗਾ, ਇਸ ਸਾਲ ਤੁਸੀਂ ਔਖੇ ਸੌਖੇ ਜਿਸ ਤਰ੍ਹਾਂ ਕਰਨਾ ਕਰ ਲਓ, ਅਗਲੇ ਸਾਲ ਤੋਂ ਮੈਂ ਤੁਹਾਡੇ ਕੋਲ ਖਰੀਦ ਲਵਾਂਗਾ ਔਰ ਉਹਦੀ ਪ੍ਰੋਸੈਸਿੰਗ ਔਰ ਮਾਰਕੀਟਿੰਗ ਮੈਂ ਆਪਣੇ ਜ਼ਿੰਮੇ ਲੈ ਲੂँਗਾ। ਜਿਹੜੀਆਂ ਅਸੀਂ ਸਟੱਡੀਜ਼ ਕੰਡਕਟ ਕੀਤੀਆਂ ਨੇ ਗ੍ਰਿਡ ਵੱਲੋਂ, ਉਹਦੇ 'ਚ ਰਿਜ਼ਲਟ ਇਹ ਆਏ ਨੇ ਕਿ ਕਿਸਾਨ ਅਵੇਅਰ ਨੇ, ਉਹਨਾਂ ਨੂੰ ਪਤਾ ਹੈ ਕਿ ਜ਼ਮੀਨ ਦਾ ਥੱਲੜਾ ਪਾਣੀ ਮੁੱਕ ਰਿਹਾ ਹੈਗਾ, ਅਤੇ ਇਸ ਕਰਕੇ ਸਾਨੂੰ ਝੋਨਾ ਜਿਹੜਾ ਬਹੁਤੇ ਸਾਲ ਲਾਹੇਵੰਦ ਨਹੀਂ ਰਹਿਣਾ। ਪਰ ਉਹ ਕਹਿੰਦੇ ਨੇ ਕਿ ਸਾਨੂੰ ਕੋਈ ਦੂਜੀ ਫਸਲ ਦੱਸੋ ਜੇ ਤੋਂ ਸਾਨੂੰ ਉਨੀ ਆਮਦਨ ਹੋਵੇ ਜਿੰਨੀ ਇਸ ਫਸਲ ਤੋਂ ਹੋ ਰਹੀ ਹੈ, ਤਾਂ ਅਸੀਂ ਉੱਧਰ ਜਾਣ ਨੂੰ ਤਿਆਰ ਹਾਂ। ਤਾਂ ਸਰਕਾਰ ਜਾਂ ਐਗਰੀਕਲਚਰ ਮਹਿਕਮਾ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਫਸਲਾਂ 'ਤੇ ਸੁਝਾਅ ਦਿੰਦੀ ਹੈ, ਲੇਕਿਨ ਇਨਕਮ ਦੀ ਗਰੰਟੀ ਨਹੀਂ ਕਰਦੀ। ਜਿਹੜੀਆਂ ਫਸਲਾਂ ਆਪਾਂ ਨਵੀਆਂ ਦੀ ਗੱਲ ਕਰਦੇ ਹਾਂ ਨਾ, ਕਣਕ ਝੋਨੇ ਨੂੰ ਛੱਡ ਕੇ, ਉਹਨਾਂ ਫਸਲਾਂ ਨੂੰ ਉਹਨਾਂ ਚੀਜ਼ਾਂ ਨੂੰ ਅਸੀਂ ਬਾਹਰੋਂ ਮੰਗਵਾਉਂਦੇ ਹਾਂ। ਅਤੇ ਉਹ ਫਿਰ ਹੁਣ ਦਾਲਾਂ ਜਿਹੜੀਆਂ ਨੇ 100-125 ਰੁਪਏ ਕਿਲੋ ਮਿਲ ਰਹੀਆਂ ਨੇ, ਸਰੋਂ ਦਾ ਤੇਲ 200 ਰੁਪਏ ਜਿਹੜਾ ਲੀਟਰ ਹੋ ਗਿਆ ਹੈਗਾ। ਜੇ ਇਹ ਫਸਲਾਂ ਬੀਜਾਂਗੇ ਤਾਂ ਸਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਮੁਕਾਬਲੇ 'ਚ ਅਸੀਂ ਘੱਟ ਭਾਅ ਦੇ ਕੇ ਵੀ ਕਿਸਾਨਾਂ ਨੂੰ ਫਾਇਦਾ ਕਰ ਸਕਦੇ ਹਾਂ। ਜਿਹਦਾ ਸਮੱਸਿਆ ਆ ਰਹੀ ਹੈ ਉਹ ਕਣਕ ਝੋਨੇ ਦੀ ਹੈ। ਕਣਕ ਦਾ ਭਾਅ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਹੈ ਉਹ ਫਲਕਚੁਏਟ ਕਰਦਾ ਰਹਿੰਦਾ ਹੈ, ਕਿਉਂਕਿ ਕਣਕ ਦੇ ਜਿਹੜੇ ਮੇਜਰ ਪ੍ਰੋਡਿਊਸਰ ਨੇ ਉਹ ਹੈਗੇ ਆ USA, ਕੈਨੇਡਾ ਅਤੇ ਆਸਟ੍ਰੇਲੀਆ, ਅਤੇ ਕੁਛ ਯੂਰਪ ਦੇ ਮੁਲਕ ਨੇ ਜਿਵੇਂ ਹੰਗਰੀ ਹੈ। ਇਹ ਸਰਪਲਸ ਪ੍ਰੋਡਿਊਸ ਕਰਦੇ ਨੇ, ਅਤੇ ਉਹ ਜਿਹੜੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਡੰਪ ਜਦੋਂ ਕਰਦੇ ਨੇ ਤਾਂ ਉਹ ਭਾਅ ਗਿਰ ਜਾਂਦੇ ਨੇ। ਸੋ ਜਦੋਂ ਤੁਸੀਂ ਏਰੀਆ ਕਣਕ ਝੋਨੇ 'ਚੋਂ ਘਟਾਓਗੇ ਅਤੇ ਦੂਜੀਆਂ ਫਸਲਾਂ 'ਚ ਲੈ ਜਾਓਗੇ ਤਾਂ ਉਹ ਫਸਲਾਂ ਦਾ ਤੁਸੀਂ ਵੱਧ ਭਾਅ ਦੇ ਸਕਦੇ ਜੇ। ਇਹ ਕੰਮ ਜਿਹੜਾ ਡਾਇਵਰਸੀਫਿਕੇਸ਼ਨ ਦਾ ਬੇਸਿਕਲੀ ਦੇਸ਼ ਦੀ ਫੂਡ ਸਿਕਿਉਰਿਟੀ ਨਾਲ ਲਿੰਕਡ ਸੀ। ਜਿਵੇਂ ਜਿਵੇਂ ਦੇਸ਼ ਨੂੰ ਲੱਗਿਆ ਵੀ ਅਸੀਂ ਆਤਮ ਨਿਰਭਰ ਹੋ ਰਹੇ ਹਾਂ, ਤਿਵੇਂ ਤਿਵੇਂ ਉਹਨਾਂ ਨੇ ਮਾੜਾ ਜਿਹਾ ਸਾਡਾ ਹੱਥ ਪੈਰ ਜਿਹਾ ਖਿੱਚਣਾ ਸ਼ੁਰੂ ਕੀਤਾ, ਤਿਵੇਂ ਤਿਵੇਂ ਅਸੀਂ ਡਾਇਵਰਸੀਫਿਕੇਸ਼ਨ ਬਾਰੇ ਸੋਚਿਆ। ਚਿੱਠੀਆਂ ਪਈਆਂ ਨੇ ਸ਼ਰਦ ਪਵਾਰ ਦੀਆਂ ਲਿਖੀਆਂ ਹੋਈਆਂ, ਜਿਹੜੀਆਂ ਕਿ ਇੱਕ ਪਾਸੇ ਸਾਨੂੰ ਇੱਥੇ ਆ ਕੇ ਉਹ ਜਿਹੜੀ ਇੰਡੋ ਇਜ਼ਰਾਈਲ ਸਾਡੀ ਹੁੰਦੀ ਸੀ ਐਗਰੀਟੈਕ, ਉਹਦੇ 'ਤੇ ਉਹ ਲੈਕਚਰ ਦੇ ਕੇ ਜਾਂਦੇ ਨੇ ਵੀ ਐਜ਼ ਖੇਤੀਬਾੜੀ ਮੰਤਰੀ ਕਿ ਵੀ ਸਾਨੂੰ ਤੁਸੀਂ ਪੰਜਾਬ ਨੂੰ ਡਾਇਵਰਸੀਫਾਈ ਕਰਨਾ ਚਾਹੀਦਾ, ਅਸੀਂ ਹੁਣ ਹੋਰ ਖਰੀਦ ਨਹੀਂ ਸਕਦੇ। ਅਤੇ ਉੱਥੇ ਗਿਆ ਨੂੰ ਮੈਨੂੰ ਕਹਿੰਦੇ ਵੀ ਮੈਂ ਉਹ ਲੈਕਚਰ ਸੀਗਾ ਅਤੇ ਮੈਂ ਟਾਰਗੇਟ ਘੱਟ ਨਹੀਂ ਕਰਨਾ ਹੈ। ਜੋ ਟਾਰਗੇਟ ਫਿਕਸ ਕਰਨ ਲੱਗੇ, ਮੈਂ ਕਿਹਾ ਜੀ ਮੇਰਾ ਤੁਸੀਂ ਝੋਨੇ ਦਾ ਅਤੇ ਕਣਕ ਦਾ ਟਾਰਗੇਟ ਘੱਟ ਕਰ ਦਿਓ। ਮੈਂ ਡਾਇਰੈਕਟਰ ਖੇਤੀਬਾੜੀ ਸੀ ਉਦੋਂ, ਕਹਿੰਦੇ ਟਾਰਗੇਟ ਉਵੇਂ ਨਹੀਂ ਮਿਲਣਗੇ, ਅਸੀਂ ਖਰੀਦਾਂਗੇ ਅਤੇ ਤੁਸੀਂ ਦੇਸ਼ ਨੂੰ ਲੋੜ ਹੈ। ਸੋ ਦੇਸ਼ ਦੀ ਲੋੜ ਜਿਹੜੀ ਆ ਉਹ ਹਮੇਸ਼ਾ ਪ੍ਰਮੁੱਖ ਰਹੀ ਹੈ ਇਹਦੇ ਵਿੱਚ। ਸੋ ਡਾਇਵਰਸੀਫਿਕੇਸ਼ਨ ਦਾ ਬੜੀ ਸਿੰਪਲ ਤਰੀਕਾ ਆ, ਸਿੰਪਲ ਗੱਲ ਹੈ। ਜਿੰਨੀ ਦੇਰ ਕੋਈ ਅਲਟਰਨੇਟਿਵ ਕ੍ਰੌਪ ਦੀ ਜਿਹੜੀ ਇਨਕਮ ਹੈ ਉਹ ਝੋਨੇ ਦੀ ਇਨਕਮ ਤੋਂ ਜ਼ਿਆਦਾ ਨਹੀਂ ਹੁੰਦੀ, ਉਨੀ ਦੇਰ ਡਾਇਵਰਸੀਫਿਕੇਸ਼ਨ ਨਹੀਂ ਹੋ ਸਕਦੀ। ਔਰ ਦੂਸਰੀ ਚੀਜ਼ ਹੈ ਕਿ ਜਿੰਨੀ ਦੇਰ ਇਹ ਪਾਣੀ ਫ੍ਰੀ ਹੈ ਉਨੀ ਦੇਰ ਝੋਨੇ ਦੀ ਕ੍ਰੌਪ ਜਿਹੜੀ ਹੈ ਖਤਮ ਨਹੀਂ ਹੋਏਗੀ। ਉਹ ਜੋ ਤੁਸੀਂ ਕਹਿੰਦੇ ਘੱਟ ਕਰੋ, ਵੱਧਦੀ ਚਲੀ ਜਾਂਦੀ ਹੈ। ਦੇਖੋ, ਫਾਰਮਰ ਨੂੰ ਸਬਸਿਡੀ ਚਾਹੀਦੀ ਹੈ। ਕੋਈ ਫਾਰਮ ਸੈਕਟਰ ਜਿਹੜਾ ਆ ਸਾਰੀ ਦੁਨੀਆ ਦਾ ਲੈ ਲਓ, ਸਬਸਿਡੀ ਤੋਂ ਬਗੈਰ ਨਹੀਂ ਬਚਦਾ। ਅਮਰੀਕਾ ਤਕਰੀਬਨ 22, 23, 24, 25 ਬਿਲੀਅਨ ਟਨ ਜਿਹੜੇ ਨਾ
ਡਾਲਰ ਹੈ ਉਹ ਫਾਰਮਰ ਨੂੰ ਸਬਸਿਡੀ ਦਿੰਦਾ ਔਰ ਜਿਹੜੇ ਫਾਰਮਰ ਉਹ ਸਿਰਫ 1.5% ਹੈ ਆਬਾਦੀ ਦਾ ਅਮਰੀਕਾ 'ਚ। ਇਸ ਤਰ੍ਹਾਂ ਇੰਗਲੈਂਡ ਦਿੰਦਾ, ਇੱਦਾਂ ਯੂਰਪ ਦਿੰਦਾ, ਇੱਦਾਂ ਜਾਪਾਨ ਦਿੰਦਾ। ਕੋਈ ਵੀ ਫਾਰਮ ਸੈਕਟਰ ਨਹੀਂ ਜਿਹੜਾ ਸਬਸਿਡੀ ਤੋਂ ਬਗੈਰ ਬਚਦਾ। ਹਾਲਾਂਕਿ ਉਹਦੇ ਫਾਰਮਰ ਦੀ ਜਿਹੜੀ ਪਰਸੈਂਟੇਜ ਹੈ ਪਾਪੂਲੇਸ਼ਨ ਨਾਲ ਬਹੁਤ ਥੋੜ੍ਹੀ ਹੈ। ਸਾਡੇ ਤਾਂ 60-65% ਲੋਕ ਪਿੰਡਾਂ 'ਚ ਰਹਿੰਦੇ ਆ ਅਤੇ ਇੱਥੇ ਇੰਨੀ ਸਬਸਿਡੀ ਵੀ ਅਸੀਂ ਨਹੀਂ ਦੇ ਸਕਦੇ, ਪਰ ਜਿੰਨੀ ਦੇ ਸਕਦੇ ਹਾਂ ਉਹ ਦੇਣੀ ਚਾਹੀਦੀ ਹੈ, ਜਿੰਨੀ ਮੈਕਸਿਮਮ ਦੇ ਸਕਦੇ ਹਾਂ। ਹੁਣ ਤਕਰੀਬਨ 6000 ਕਰੋੜ ਦੇ ਕਰੀਬ ਸਬਸਿਡੀ ਜਾਂਦੀ ਹੈ ਪਾਣੀ ਦੀ, ਬਿਜਲੀ ਜਿਹੜੇ ਨੇ। ਇਹ ਬਹੁਤ ਸਬਸਿਡੀ ਥੋੜ੍ਹੀ ਹੈ ਫਾਰਮਰ ਨੂੰ। ਮੇਰੇ ਖਿਆਲ ਵਿੱਚ ਕਮ ਸੇ ਕਮ 20,000 ਕਰੋੜ 15,000 ਇੰਨਾ ਕਰੋੜ ਤਾਂ ਚਾਹੀਦੇ ਹਨ। ਪਰ ਇਹ ਰਿਸੋਰਸਿਸ ਡਿਪੈਂਡ ਕਰਦਾ। ਰਿਸੋਰਸ ਤਾਂ ਪੰਜਾਬ ਦੇ ਲੁੱਟੇ ਜਾ ਰਹੇ ਆ। ਮਾਫੀਆ ਜਿਹਦਾ ਰੇਤ ਮਾਫੀਆ, ਬਜਰੀ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਜਿਹੜਾ ਮਾਫੀਆ ਨੇ ਲੈਂਡ ਮਾਫੀਆ, ਇਹ ਜਿਹੜੇ ਪੈਸੇ ਤਾਂ ਪ੍ਰਾਈਵੇਟ ਲੁੱਟੇ ਜਾ ਰਹੇ ਆ। ਸਟੇਟ ਦੇ ਰਿਸੋਰਸਿਸ ਜਿਹੜੇ ਆ ਪੰਜਾਬ ਪ੍ਰਾਈਵੇਟ ਪੋਕਟਾਂ ਜਾ ਰਹੇ। ਅਗਰ ਉਹ ਸਾਰਿਆਂ ਨੂੰ ਮਤਲਬ ਸੀਲ ਕਰਤਾ ਜਾਏ, ਪੈਸੇ ਹੋਏ ਤਾਂ ਪਰ 20,000 ਰੁਪਈਆ ਸਬਸਿਡੀ ਦੇਣੀ ਕੋਈ ਫਾਰਮਰ ਨੂੰ ਕੋਈ ਵੱਡੀ ਗੱਲ ਨਹੀਂ ਹੈ। ਬਿੱਲ ਚਾਰਜ ਕਰਨ ਤੋਂ ਪਹਿਲਾਂ ਇਹ ਉਹਨਾਂ ਦੇ ਫਾਰਮਰ ਦੇ ਖਾਤੇ 'ਚ ਪਾ ਦਿਓ। ਫਰਜ਼ ਕੀਤਾ ਮੇਰਾ ਬਿੱਲ 10,000 ਦਾ ਆਉਂਦਾ ਅਤੇ ਜਿਹੜੀ ਮੇਰੀ ਸਬਸਿਡੀ ਇਹ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ, ਮੇਰੇ ਖਾਤੇ 'ਚ ਪਹਿਲਾਂ ਪੈਣੀ ਚਾਹੀਦੀ ਹੈ, ਅਤੇ ਉਹ ਤੋਂ ਮੈਂ ਪੈਸੇ ਦੇ ਦਿਆਂ। ਹੁੰਦਾ ਕੀ ਆ ਕਿ ਜੇ ਮੈਨੂੰ ਸਬਸਿਡੀ ਤਾਂ ਮਿਲ ਗਈ, ਪਰ ਜੇ ਮੈਨੂੰ ਪਤਾ ਕਿ ਮੈਂ ਮੁੜ ਕੇ ਇਸ ਬਿਜਲੀ ਦੇ ਪੈਸੇ ਦੇਣੇ ਆ, ਤਾਂ ਮੈਂ ਸਵਿਚ ਔਨ ਕਰਨ ਲੱਗਾ ਸੋਚੂੰਗਾ। ਬੀਇੰਗ ਏ ਐਜੂਕੇਟਡ ਪਰਸਨ, ਤੁਸੀਂ ਬ੍ਰਿਗੇਡੀਅਰ, ਰਿਟਾਇਰਡ ਬ੍ਰਿਗੇਡੀਅਰ ਵੀ ਹੋ, ਤੁਹਾਨੂੰ ਦੁਨੀਆਦਾਰੀ ਦਾ ਪਤਾ, ਤੁਸੀਂ ਡਿਟੇਲ ਦੇ ਵਿੱਚ ਚੱਲ ਗਏ, ਮਤਲਬ ਤੁਸੀਂ ਖਰਚਾ ਵੀ ਕਰਨਾ ਚਾਹਿਆ। ਜੇ ਤੁਸੀਂ ਇਹ ਨਾ ਹੁੰਦੇ, ਬ੍ਰਿਗੇਡੀਅਰ ਨਾ ਹੁੰਦੇ, ਪੜ੍ਹੇ ਲਿਖੇ ਨਾ ਹੁੰਦੇ, ਨੋਰਮਲ ਕਿਸਾਨ ਹੁੰਦੇ, ਫਿਰ ਤੁਸੀਂ ਕੀ ਕਰਦੇ? ਫਿਰ ਇਹਦੇ 'ਚ ਨਹੀਂ ਸੀ ਜਾਣਾ, ਕਿਉਂਕਿ ਅੱਜ ਬਾਕੀ ਕਿਸਾਨਾਂ ਦੀ ਵੀ ਹਾਲਤ ਦੇਖ ਲਓ। ਇਹਦੇ ਵਿੱਚ ਇਨਵੈਸਟਮੈਂਟ ਦੀ ਜ਼ਰੂਰਤ ਹੈ ਔਰ ਥੋੜ੍ਹਾ ਰਿਸਕ ਲੈਣ ਦੀ ਜ਼ਰੂਰਤ ਹੈ, ਜਿਹੜਾ ਕਿ ਆਮ ਕਿਸਾਨ ਜਿਹੜਾ ਹੈਗਾ ਉਹ ਨਹੀਂ ਲੈ ਸਕਦਾ। ਨਾ ਉਹਦੇ ਕੋਲ ਫਾਈਨੈਂਸ਼ੀਅਲ ਕੈਪੇਬਿਲਿਟੀ ਹੈ ਅਤੇ ਨਾ ਹੀ ਉਹਦੇ ਕੋਲ ਰਿਸਕ ਲੈਣ ਦੀ, ਕਿਉਂਕਿ ਐਜ਼ ਇਟ ਇਜ਼ ਜਿਹੜੀ ਖੇਤੀ ਹੈ ਇਟ ਇਜ਼ ਨਾਟ ਏ ਪ੍ਰੋਫਿਟੇਬਲ ਬਿਜ਼ਨਸ। ਇਹ ਸਾਰੀ ਮੰਨੇ ਵੀ ਆ ਕਿ ਇਹ ਲਾਹੇਵੰਦ ਧੰਦਾ ਨਹੀਂਗਾ, ਅਤੇ ਜੇ ਲਾਹੇਵੰਦ ਨਹੀਂ ਹੈ, ਉਹ ਆਲਰੇਡੀ ਕਰਜ਼ੇ ਦੇ ਥੱਲੇ ਆ, ਅਤੇ ਉਹ ਕਿਸ ਤਰ੍ਹਾਂ ਹੌਸਲਾ ਕਰੇਗਾ ਕਿ ਮੈਂ ਇਹੋ ਜਿਹਾ ਪੰਗਾ ਲੈ ਲਾਂ। ਅਤੇ ਇਸ ਕਰਕੇ ਇਹ ਨਹੀਂ ਹੋ ਸਕਦਾ, ਔਰ ਤਦੇ ਹੀ ਨਹੀਂ ਹੋ ਰਿਹਾ ਹੈ। 1965 ਦੇ ਵਿੱਚ ਐਗਰੀਕਲਚਰ ਪ੍ਰਾਈਸ ਕਮਿਸ਼ਨ ਬਣਦਾ ਹੈ, ਜਿਹਦਾ ਅੱਜ ਕੱਲ੍ਹ ਨਾਮ ਹੈ CAPC, ਕਮਿਸ਼ਨ ਫਾਰ ਐਗਰੀਕਲਚਰ ਪ੍ਰਾਈਸਿੰਗ ਐਂਡ ਪ੍ਰਾਈਸਿਸ ਐਂਡ ਕਾਸਟ। ਇਹ ਸੈਂਟਰ ਗਵਰਨਮੈਂਟ ਦੇ ਅੰਦਰ? ਇਹ ਸੈਂਟਰ ਗਵਰਨਮੈਂਟ ਨੇ ਬਣਾਇਆ ਸੀਗਾ, ਅਤੇ ਨਾਲ FCI ਬਣਾਤੀ। ਅਤੇ ਉਹਨਾਂ ਨੇ ਕਿਹਾ ਕਿ ਜਿਹੜੀ ਤੁਸੀਂ ਫਸਲ ਬੀਜੋਗੇ ਅਤੇ ਉਹ ਜਦੋਂ ਵੱਢੋਗੇ ਅਤੇ ਮਾਰਕੀਟ 'ਚ ਆਏਗੀ, ਅਤੇ ਉਹਦੇ ਖਰੀਦ ਦਾ ਪ੍ਰਬੰਧ ਅਤੇ ਉਹਦੀ ਕੀਮਤ ਜਿਹੜੀ ਨਿਸ਼ਚਿਤ ਕੀਮਤ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਉਹਦੀ ਰਿਕਮੈਂਡੇਸ਼ਨ ਅਤੇ ਕਮਿਸ਼ਨ ਦੀ ਰਿਕਮੈਂਡੇਸ਼ਨ ਦੇ ਸੈਂਟਰ ਗਵਰਨਮੈਂਟ ਕਰੇਗੀ ਅਤੇ FCI ਖਰੀਦੇਗੀ ਉਹਨੂੰ। ਸੋ ਮਾਰਕੀਟਿੰਗ ਦਾ ਪ੍ਰਬੰਧ ਨਾਲ ਕਰਤਾ ਉਹਨਾਂ ਨੇ, ਅਤੇ ਇਸ ਕਰਕੇ ਇਹ ਕਾਮਯਾਬ ਹੋ ਗਿਆ। ਸਿਮਿਲਰਲੀ ਇਹਨੂੰ ਅੱਗੇ ਚਲਾਉਣ ਵਾਸਤੇ ਖਾਦ ਉੱਤੇ ਸਬਸਿਡੀ ਦਿੱਤੀ, ਬੀਆਂ ਦੇ ਉੱਤੇ ਸਬਸਿਡੀ ਦਿੱਤੀ। ਸੋ ਜੇ ਉਹੀ ਮਾਡਲ ਅਸੀਂ ਅਪਣਾ ਲਈਏ ਨਵੀਆਂ ਫਸਲਾਂ ਵਾਸਤੇ ਕਿ ਪ੍ਰਾਈਸ ਨਿਸ਼ਚਿਤ ਹੋਵੇ, ਹੁਣ ਪ੍ਰਾਈਸ ਨਿਸ਼ਚਿਤ ਕਰਦਾ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ। ਉਹ ਜਿਹੜਾ ਕਮਿਸ਼ਨ ਹੈ ਪ੍ਰਾਈਸਾਂ ਤਾਂ ਅਨਾਉਂਸ ਕਰਦਾ ਹੈ, ਉਹਦੀ ਰਿਕਮੈਂਡੇਸ਼ਨ ਸੈਂਟਰ ਗਵਰਨਮੈਂਟ ਪ੍ਰਾਈਸ ਵੀ ਅਨਾਉਂਸ ਕਰਦੀ ਹੈ, ਲੇਕਿਨ ਕਣਕ ਅਤੇ ਝੋਨੇ ਵਾਸਤੇ ਹੀ ਪ੍ਰਾਈਸ ਦਿੱਤੀ ਜਾਂਦੀ ਹੈ। ਤਾਂ ਜੇ ਤੁਸੀਂ ਜਿਹੜੀ ਅਨਾਉਂਸਡ ਪ੍ਰਾਈਸ ਹੈ ਇਹਨਾਂ ਫਸਲਾਂ ਦੀ, ਇਹ 'ਚ ਦਾਲਾਂ ਵੀ ਨੇ, ਬਾਜਰਾ ਵੀ ਹੈ, ਮੱਕੀ ਵੀ ਹੈ, ਜੇ ਇਸ ਪ੍ਰਾਈਸ ਦੇ ਉੱਤੇ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਕੋਈ ਪ੍ਰਬੰਧ ਕਰਦੇ ਤਾਂ ਲੋਕ ਇਹਨਾਂ ਫਸਲਾਂ ਵੱਲ ਨੂੰ ਚੱਲ ਜਾਣਗੇ। ਇਹਨਾਂ ਦੇ ਬੀਜ ਜਿਹੜੇ ਨੇ ਸਬਸਿਡਾਈਜ਼ ਰੇਟ ਦੇ ਦਿੱਤੇ ਜਾਣ ਔਰ ਹੋਰ ਸਹੂਲਤਾਂ ਦਿੱਤੀਆਂ ਜਾਣ ਅਤੇ ਲੋਕ ਇੱਧਰ ਚੱਲ ਜਾਣਗੇ। ਸੋ ਅਸੀਂ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਹੈ ਉਹ ਹੋਰ ਸਹੂਲਤਾਂ ਦੇਣ ਦੇ ਕਾਬਲ ਨਹੀਂ, ਉਹਨਾਂ ਕੋਲ ਪੈਸੇ ਨਹੀਂ ਹੈਗੇ। ਤਾਂ ਜਦੋਂ ਫੋਕੀ ਸਲਾਹ ਦਿੰਦੇ ਨੇ ਅਤੇ ਲੋਕਾਂ ਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ
ਫਸਲ ਵਿਕਦੀ ਨਹੀਂ ਹੈ ਤੇ ਲੋਕ ਇੱਕ ਸਾਲ ਬੀਜਣ ਤੋਂ ਬਾਅਦ ਦੂਜੇ ਸਾਲ ਉਹ ਬੀਜਦੇ ਨਹੀਂ ਹੈ। ਤੋ ਇਸ ਕਰਕੇ ਸਾਨੂੰ ਉਹ ਐਕਸਪੈਰੀਮੈਂਟ ਉਸ ਪਾਸੇ ਨੂੰ ਜਾਣਾ ਚਾਹੀਦਾ ਹੈ ਜਿਹੜਾ ਕਾਮਯਾਬ ਐਕਸਪੈਰੀਮੈਂਟ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ ਸੈਂਟਰ ਗਵਰਨਮੈਂਟ ਅਨਾਉਂਸ ਕਰੇ, ਉਹਦੀ ਪ੍ਰੋਕਿਉਰਮੈਂਟ ਦਾ ਇੰਤਜ਼ਾਮ ਕੁਝ ਸਟੇਟਾਂ ਕਰ ਲੈਣ। ਜਿਵੇਂ ਹਰਿਆਣੇ ਦੇ ਵਿੱਚ ਬਾਜਰੇ ਦੀ ਪ੍ਰੋਕਿਉਰਮੈਂਟ ਸਟੇਟ ਗਵਰਨਮੈਂਟ ਕਰਦੀ ਆ, ਹਿਮਾਚਲ 'ਚ ਸੇਬਾਂ ਦੀ ਪ੍ਰੋਕਿਉਰਮੈਂਟ ਸਟੇਟ ਗਵਰਨਮੈਂਟ ਕਰਦੀ ਹੈ, ਪੰਜਾਬ ਦੇ ਵਿੱਚ ਦੁੱਧ ਦੀ ਪ੍ਰੋਕਿਉਰਮੈਂਟ ਸਟੇਟ ਗਵਰਨਮੈਂਟ ਕਰਦੀ ਹੈ। ਤੋ ਰਲ ਕੇ ਇੱਕ ਪਲਾਨਿੰਗ ਕਰਕੇ ਤੇ ਅਸੀਂ ਉਸ ਪਾਸੇ ਨੂੰ ਜਾ ਸਕਦੇ ਹਾਂ। ਡਿਵਰਸੀਫਿਕੇਸ਼ਨ ਪੋਸੀਬਲ ਹੈ, ਪਾਣੀ ਵੀ ਬਚਾਇਆ ਜਾ ਸਕਦਾ ਹੈ। ਪੰਜਾਬ ਹਰਿਆਣੇ ਦਾ ਪਾਣੀ ਦਾ ਝਗੜਾ ਵੀ ਇਹਦੇ ਨਾਲ ਖਤਮ ਹੋ ਜਾਂਦਾ। ਜਦੋਂ ਤੁਸੀਂ ਝੋਨਾ ਨਹੀਂ ਬੀਜੋਗੇ ਤਾਂ ਤੁਹਾਨੂੰ ਪਾਣੀ ਦੀ ਨਾ ਉਨੀ ਹਰਿਆਣੇ ਨੂੰ ਲੋੜ ਹੈ ਨਾ ਪੰਜਾਬ ਨੂੰ ਲੋੜ ਹੈ, ਤੇ ਫਿਰ ਨਹਿਰਾਂ ਦੇ ਪਾਣੀ ਨਾਲ ਕਣਕ ਦਾ ਕੰਮ ਸਿੰਜਾਈ ਕੀਤੀ ਜਾ ਸਕਦੀ ਹੈ। ਥੋੜ੍ਹੇ ਇਲਾਕੇ ਦੇ ਵਿੱਚ ਏਰੀਆ ਪਲਾਨਿੰਗ ਕਰਕੇ ਜਿੱਥੇ ਬਾਸਮਤੀ ਅਸੀਂ ਟ੍ਰੈਡੀਸ਼ਨਲੀ ਪੈਦਾ ਕਰਦੇ ਹਾਂ, ਤੁਹਾਡਾ 3-4 ਡਿਸਟ੍ਰਿਕਟ ਨੇ ਪੰਜਾਬ, ਮੌਜੂਦਾ ਪੰਜਾਬ ਦੇ ਜੋ ਗੁਰਦਾਸਪੁਰ ਦਾ ਪਠਾਨਕੋਟ ਦਾ ਏਰੀਆ, ਗੁਰਦਾਸਪੁਰ ਦਾ ਏਰੀਆ ਪਲੱਸ ਹੁਸ਼ਿਆਰਪੁਰ, ਮੋਹਾਲੀ, ਨਵਾਂਸ਼ਹਿਰ, ਇਹਨਾਂ ਦੇ ਵਿੱਚ ਤੁਸੀਂ ਬਾਸਮਤੀ ਅਲਾਓ ਕਰ ਦਿਓ। ਬਾਕੀ ਥਾਵਾਂ 'ਤੇ ਜਿਹੜਾ ਹੈ ਇਸ ਕ੍ਰਾਪ ਨੂੰ ਰਿਟਾਇਰ ਕਰਕੇ ਦੂਜੀਆਂ ਫਸਲਾਂ ਵੱਲ ਨੂੰ ਚਲੇ ਜਾਣਾ ਚਾਹੀਦਾ ਹੈ, ਜਾਂ ਥੋੜ੍ਹੇ ਜਿਹੇ ਥਾਂ ਦੇ ਉੱਤੇ ਤੁਸੀਂ ਕੋਈ ਝੋਨਾ ਅਲਾਓ ਕਰ ਸਕਦੇ ਜੇ। ਬਾਕੀ ਥਾਵਾਂ 'ਤੇ ਸਾਨੂੰ ਜਿਹੜਾ ਹੈ ਉਹ ਨਵੀਆਂ ਫਸਲਾਂ ਜਿਹੜੀਆਂ ਨੇ ਉਹ ਬੀਜਵਾਉਣੀਆਂ ਚਾਹੀਦੀਆਂ ਤੇ ਕਿਸਾਨਾਂ ਨੂੰ ਭਾਅ ਵੀ ਦੇਣੇ ਚਾਹੀਦੇ ਨੇ ਤੇ ਉਹਨਾਂ ਦੇ ਖਰੀਦ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ ਤੇ ਨਾਲ ਪ੍ਰੋਸੈਸਿੰਗ ਦਾ ਪ੍ਰਬੰਧ ਕਰਨਾ ਚਾਹੀਦਾ। ਮਤਲਬ ਪੋਲੀਟੀਕਲ ਵਿਲ ਨਹੀਂ ਹੈਗੀ ਸਰਕਾਰਾਂ ਦੀ, ਜੇ ਕਰਨਾ ਚਾਹੁਣ ਤਾਂ ਕਰ ਸਕਦੇ। ਸੈਂਟਰ ਗਵਰਨਮੈਂਟ ਦੇ ਲੈਵਲ ਤੇ ਪੋਲੀਟੀਕਲ ਵਿਲ ਨਹੀਂ ਹੈ। ਜਿਹੜੀਆਂ ਸਟੇਟ ਗਵਰਨਮੈਂਟਾਂ ਨੇ ਉਹਨਾਂ ਕੋਲ ਫਾਈਨੈਂਸ਼ੀਅਲ ਸਾਧਨ ਨਹੀਂ ਹੈਗੇ। ਜਿਵੇਂ ਪੰਜਾਬ ਗਵਰਨਮੈਂਟ ਹੈ, ਇਹ ਚਾਹੁੰਦੀ ਆ ਕਰਨਾ, ਮਤਲਬ 2-3 ਵਾਰੀ ਅਟੈਂਪਟ ਹੋਈ ਹੈ। 85-86 'ਚ ਹੋਈ ਹੈ ਅਟੈਂਪਟ, ਜਦੋਂ ਪੈਪਸੀ 87-88 'ਚ ਆਉਂਦਾ ਹੈ। ਫਿਰ 2002 'ਚ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਕੋਸ਼ਿਸ਼ ਕੀਤੀ। ਹੁਣ ਵੀ ਇਹ ਚਾਹੁੰਦੇ ਨੇ ਕਰਨਾ, ਲੇਕਿਨ ਇਹਨਾਂ ਕੋਲ ਸਾਧਨ ਹੈ ਨਹੀਂਗੇ। ਅਸੀਂ ਤਾਂ ਡਿਵਰਸੀਫਾਈ ਸ਼ਾਮ ਨੂੰ ਕਰ ਦਿੰਦੇ ਹਾਂ। ਪੰਜਾਬ ਇੱਕ ਇਹੋ ਜਿਹਾ ਖਿੱਤਾ ਹੈ ਦੇਖੋ ਜਿੱਥੇ ਹਰ ਤਰ੍ਹਾਂ ਦੀ ਰੁੱਤ ਹੈ, ਹਰ ਤਰ੍ਹਾਂ ਦਾ ਟੈਂਪਰੇਚਰ ਹੈ, ਹਰ ਕ੍ਰੌਪ ਹੋ ਸਕਦੀ ਹੈ। ਜੇ ਮੈਂ ਹੁਣ ਤੁਹਾਨੂੰ ਦੱਸਾਂ ਵੀ ਆਲਟਰਨੇਟ ਕ੍ਰੌਪ ਦੇ ਵਿੱਚ ਦੇਖੋ, ਕਿਸੇ ਵੇਲੇ ਸਾਡੇ ਕੋਲ ਜਿਹੜੀ ਹੈਗੀ ਹੈ ਅਰਹਰ 2.5 ਲੱਖ ਹੈਕਟੇਅਰ ਹੁੰਦੀ ਸੀ, ਕਿਸੇ ਵੇਲੇ ਸਾਡੇ ਕੋਲ ਕਪਾਹ 7 ਲੱਖ ਹੈਕਟੇਅਰ ਹੁੰਦੀ ਸੀ, ਕਿਸੇ ਵੇਲੇ ਸਾਡੇ ਕੋਲ 1975-76 ਦੇ ਵਿੱਚ ਵੀ ਸਾਡੀ ਜਿਹੜੀ ਮੂੰਗੀ ਹੈ ਉਹ ਜਿਹੜੀ ਮੱਕੀ ਹੈ ਉਹ 5.7 ਲੱਖ ਹੈਕਟੇਅਰ ਹੁੰਦੀ ਸੀ। ਮਤਲਬ ਸਾਡੇ ਕੋਲ ਇਹੀ ਗੱਲ ਨਹੀਂ, ਸਾਡਾ ਕਾਫੀ ਡਾਈਵਰਸੀਫਾਈਡ ਕ੍ਰੌਪਿੰਗ ਪੈਟਰਨ ਸੀ। ਪਰ ਉਹ ਮੰਡੀ ਨੇ ਕਿਉਂਕਿ ਅਸ਼ੋਰਡ ਪ੍ਰੋਕਿਉਰਮੈਂਟ ਸੀ, ਟੈਕਨੋਲੋਜੀ ਨੇ ਕਿਉਂਕਿ ਉਹਦੇ 'ਚ ਸੀਡ ਆ ਗਏ, ਉਹਦੇ 'ਚ ਇਨਪੁਟ ਸਾਰੇ ਆ ਗਏ, ਉਹਦੇ 'ਚ ਇਰੀਗੇਸ਼ਨ ਡਿਵੈਲਪਮੈਂਟ ਆ ਗਈ, ਉਹਦੇ 'ਚ ਇੰਸਟੀਟਿਊਸ਼ਨਸ ਵੀ ਮੰਡੀ ਬੋਰਡ ਆ ਗਿਆ, ਉਹਦੀ ਪ੍ਰੋਕਿਉਰਮੈਂਟ ਸ਼ੁਰੂ ਹੋ ਗਈ, ਥਾਂ ਤੇ ਮੰਡੀਆਂ ਬਣ ਗਈਆਂ। ਇਹਨਾਂ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਲਈ ਕਿ ਭਾਰਤ ਸਰਕਾਰ ਨੇ ਸਾਨੂੰ ਖੁੱਲ੍ਹ ਦਿਲੀ ਨਾਲ ਸਪੋਰਟ ਕੀਤਾ। ਇਹਨਾਂ ਨੇ ਐਕਚੁਅਲੀ ਇਹ ਸਾਨੂੰ ਇੱਥੇ ਕਣਕ ਝੋਨੇ 'ਤੇ ਲੈ ਕੇ ਖੜਾ ਕੀਤਾ। ਅਤੇ ਹੁਣ ਜੇ ਅਸੀਂ ਡਾਈਵਰਸੀਫਾਈ ਕਰਨਾ ਹੈ ਤਾਂ ਇਹ ਇਨਵੈਸਟਮੈਂਟ ਜਿਹੜੀ ਹੈ ਇਹਦੀ ਲੋੜ ਹੈ। ਮੈਂ ਜਦੋਂ 2013 ਦੀ ਰਿਪੋਰਟ ਤੋਂ ਬਾਅਦ ਭਾਰਤ ਸਰਕਾਰ ਨੂੰ ਜਦੋਂ 2013 ਦੀ ਅਸੀਂ ਡਾਈਵਰਸੀਫਿਕੇਸ਼ਨ ਦੀ ਰਿਪੋਰਟ ਤਿਆਰ ਕੀਤੀ, ਉਹ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬਣਾਓ ਇਹਦੀ ਸਾਨੂੰ ਦੱਸੋ ਵੀ ਤੁਹਾਨੂੰ ਪੈਸੇ ਕਿੰਨੇ ਚਾਹੀਦੇ ਨੇ। ਅਤੇ ਮੈਨੂੰ ਯਾਦ ਹੈ ਹਾਲੇ ਤੱਕ ਵੀ ਮੈਂ 8729 ਰੁਪਏ 29 ਕਰੋੜ ਰੁਪਏ ਦਾ ਇੱਕ 300 ਪੇਜ ਦਾ ਬੁਕਲੈਟ ਬਣਾ ਕੇ ਦਿੱਤੀ ਵੀ ਇਸ ਕੰਮ ਲਈ ਇੰਨੇ ਪੈਸੇ ਚਾਹੀਦੇ ਨੇ ਵੀ ਤੁਸੀਂ ਸਾਡੀ ਸਪੋਰਟ ਕਰੋ, ਅਸੀਂ ਡਾਈਵਰਸੀਫਾਈ ਕਰ ਦੇਂਗੇ 5 ਸਾਲਾਂ 'ਚ। ਤਾਂ ਡਾਈਵਰਸੀਫਿਕੇਸ਼ਨ ਦੇ ਕਈ ਪਹਿਲੂ ਨੇ, ਚਾਹੀਦੀ ਹੈ, ਬਹੁਤ ਜ਼ਰੂਰੀ ਹੈ, ਪਰ ਇਹਦੇ ਲਈ ਸਾਨੂੰ ਕੇਂਦਰ ਸਰਕਾਰ ਨੂੰ ਸਾਡੀ ਬਾਂਹ ਫੜਨੀ ਪਊਗੀ ਕਿਉਂਕਿ ਬਿਨਾਂ ਸਟੇਟ ਕੋਲੇ ਆਪਦੇ ਕੋਲੇ ਹੁਣ GST ਤੋਂ ਬਾਅਦ ਤਾਂ ਸਟੇਟ ਕੋਲੇ ਜਮੀ ਰਿਸੋਰਸਿਸ ਨਹੀਂ ਰਹੇ। ਜਦੋਂ ਸਾਧਨਾਂ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ।